ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਜੋ 12 ਮਾਹ ਹੈ ਉਸੇ ਨੂੰ ਆਧਾਰ ਬਣਾ ਕੇ ਵਿਚਾਰ ਕਰਦੇ ਆ। ਵਿਸਾਖ ਦੇ ਮਹੀਨੇ ਦੀ ਸੰਪੂਰਨਤਾ ਹੁੰਦੀ ਹੈ ਤੇ ਜੇਠ ਦੇ ਮਹੀਨੇ ਦੀ ਆਰੰਭਤਾ। ਪਿਛਲੇ ਮਹੀਨੇ ਦੇ ਅੰਦਰ ਸਤਿਗੁਰੂ ਜੀ ਨੇ ਕਿਰਪਾ ਕੀਤੀ ਸੀ, ਵਿਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੈ ਹਰ ਸੋਏ। ਵਿਸਾਖ ਦਾ ਸੋਹਣਾ ਮਹੀਨਾ ਉਹਦੇ ਲਈ ਜਿਹੜਾ ਗੁਰੂ ਦੀ ਕਿਰਪਾ ਦਾ ਹਰੀ ਸੰਤ ਨੂੰ ਆ ਕੇ ਮਿਲ ਪਵੇ, ਜਿਹੜਾ ਗੁਰੂ ਸੰਤ ਦੀ ਸੰਗਤ, ਗੁਰੂ ਦੀ ਸੰਗਤ ਕਰਨ ਲੱਗ ਜਾਵੇ, ਉਹਦੇ ਲਈ ਉਹ ਸੁੱਖਾਂਦਾਈ ਮਹੀਨਾ। ਹੁਣ ਅਗਲੇ ਸ਼ਬਦ ਦੇ ਅੰਦਰ ਸਤਿਗੁਰੂ ਜੀ ਕਹਿੰਦੇ ਹਰ ਜੇਠ ਜੜੰਦਾ ਲੋੜੀਐ ਜਿਸੇ ਅੱਗੇ ਸਭ ਨਿਵਨ। ਜਿਸ ਹਰੀ ਦੇ ਅੱਗੇ ਸਾਰੇ ਜੀਵ ਨਿਵਦੇ ਆ, ਐਸਾ ਕੋਈ ਦੁਨੀਆ ਦਾ ਜੀਵ ਨਹੀਂ ਹੈ, ਐਸਾ ਕੋਈ ਸੰਸਾਰ ਤੇ ਰਹਿਣ ਵਾਲਾ ਮਨੁੱਖ ਨਹੀਂ ਹੈ ਜਿਹੜਾ ਉਸ ਪਰਮਾਤਮਾ ਦੇ ਚਰਨਾਂ 'ਚ ਝੁਕਦਾ ਨਹੀਂ। ਹਾਂ, ਸੰਸਾਰ ਤੇ ਮਨੁੱਖ ਰਹਿੰਦਾ ਹੈ, ਅਲੱਗ ਅਲੱਗ ਧਰਮ ਨੇ, ਅਲੱਗ ਅਲੱਗ ਫਿਰਕੇ ਨੇ, ਅਲੱਗ ਅਲੱਗ ਮਜ਼ਹਬ ਨੇ। ਹਰੇਕ ਫਿਰਕਾ, ਹਰੇਕ ਧਰਮ, ਹਰੇਕ ਮਜ਼ਹਬ ਦਾ ਉਸ ਨਿਰੰਕਾਰ ਨੂੰ ਸਿਜਦਾ ਕਰਨ ਦਾ ਆਪਣਾ ਢੰਗ ਤਰੀਕਾ ਹੈ। ਕੋਈ ਕਿਸ ਤਰ੍ਹਾਂ ਉਹਨੂੰ ਸਿਜਦੇ ਪਿਆ ਕਰਦਾ, ਕੋਈ ਕਿਸ ਤਰ੍ਹਾਂ ਸਿਜਦੇ ਕਰਦਾ, ਇਹ ਉਹਨਾਂ ਦਾ ਮਸਲਾ। ਪਰ ਸਾਨੂੰ ਗੁਰੂ ਨੇ ਉਸ ਨਿਰੰਕਾਰ ਦੇ ਅੱਗੇ ਝੁਕਣਾ ਸਿਖਾਇਆ। ਤੂੰ ਝੁਕਣਾ ਕਿਵੇਂ ਹੈ? ਸਿਰ ਤੂੰ ਵੀ ਝੁਕਾਉਣਾ, ਉਹਦੇ ਚਰਨਾਂ ਵਿੱਚ ਆਉਣਾ ਤੂੰ ਹੀ ਹੈ, ਪਰ ਤੂੰ ਉਹਦੇ ਚਰਨਾਂ ਵਿੱਚ ਆ ਕੇ ਝੁਕਣਾ ਕਿਵੇਂ ਹੈ ਕਿ ਵੀ ਤੇਰਾ ਝੁਕਣਾ ਪ੍ਰਵਾਨ ਹੋ ਜਾਏ। ਇਹ ਨਾ ਹੋਵੇ ਤੂੰ ਝੁਕੇ ਤੇ ਗੁਰੂ ਦੀਆਂ ਪੰਕਤੀਆਂ ਇਹ ਤੇਰੇ ਨਾਲ ਜੁੜ ਜਾਣ, ਸੀਸ ਨਵਾਇਆ ਕਿਆ ਥੀਆ ਜਾਂ ਹਿਰਦੈ ਕੁਸੁੱਧੇ ਜਾਏ। ਤੇਰੇ ਝੁਕਣ ਦੇ ਨਾਲ ਤੇਰੇ ਹਿਰਦੇ ਦੇ ਅੰਦਰ ਤਬਦੀਲੀ ਆ ਜਾਏ, ਇਹ ਝੁਕਣਾ ਪ੍ਰਵਾਨ ਹੈ। ਫਿਰ ਬੇਨਤੀ ਧਿਆਨ ਨਾਲ ਸੁਣਿਓ। ਦੋ ਤਰ੍ਹਾਂ ਦਾ ਝੁਕਣਾ ਗੁਰਮਤਿ ਮੰਨਦੀ ਹੈ। ਇੱਕ ਮਨ ਕਰਕੇ ਝੁਕਣਾ, ਇੱਕ ਤਨ ਕਰਕੇ ਝੁਕਣਾ। ਅਕਸਰ ਅਸੀਂ ਸਰੀਰ ਕਰਕੇ, ਤਨ ਕਰਕੇ ਗੁਰੂ ਅੱਗੇ ਝੁਕਦੇ ਜ਼ਰੂਰ ਹਾਂ, ਪਰ ਅਸੀਂ ਮਨ ਨੂੰ ਨਹੀਂ ਝੁਕਾ ਪਾਉਂਦੇ। ਬੜੀ ਔਖੀ ਘਾਟੀ ਹੈ ਮਨ ਨੂੰ ਝੁਕਾਉਣਾ, ਕਿਉਂਕਿ ਜਿਸ ਮਨ ਦੇ ਅੰਦਰ ਖੁੰਮ ਹੈ, ਖੂਹ ਹੈ, ਉਹ ਮਨ ਕਦੀ ਨਹੀਂ ਝੁਕੇਗਾ ਤੇ ਨਾ ਹੀ ਉਹਨੇ ਕਦੀ ਝੁਕਣਾ ਹੈ, ਕਿਉਂਕਿ ਉਹਨੇ ਆਪਣੀ ਖੂਹ ਦੇ ਆਸਰੇ ਤੇ ਚੱਲਣਾ ਹੈ ਤੇ ਸਰੀਰ ਨੂੰ ਜਿੰਨਾ ਮਰਜ਼ੀ ਕੋਈ ਝੁਕਾਈ ਜਾਵੇ ਝੁਕੀ ਜਾਏਗਾ। ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਆ, ਕੱਲਾ ਸਿਰ ਦਾ ਝੁਕ ਜਾਣਾ, ਤਨ ਦਾ ਝੁਕ ਜਾਣਾ ਹੀ ਲਾਹੇਵੰਦ ਨਹੀਂ। ਜੇ ਮਨ ਝੁਕਦਾ ਤੇ ਸਭ ਹੀ ਲਾਹੇਵੰਦ ਹੈ। ਸੋ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਿਸ ਹਰੀ ਦੇ ਅੱਗੇ ਸਾਰੇ ਜੀਵ ਨਿਵਦੇ ਆ, ਭਾਵ ਜਿਸ ਦੇ ਚਰਨਾਂ ਵਿੱਚ ਸਾਰੇ ਨਮਸਕਾਰ ਕਰਦੇ ਆ, ਹੇ ਮੇਰੇ ਮਨਾ ਤੂੰ ਵੀ ਉਹਦੇ ਅੱਗੇ ਨਮਸਕਾਰ ਕਰ। ਫਿਰ ਬਚਨ ਇੱਕ ਖਿਆਲ ਵਿੱਚ ਰੱਖਿਓ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚੌਪਈ ਸਾਹਿਬਾਣੀ ਪੜ੍ਹਦੇ ਹੋ ਨਾ, ਆਪਾਂ ਰੱਬ ਅੱਗੇ ਕਿਉਂ ਝੁਕਦੇ ਹਾਂ ਉਹਦਾ ਇੱਕ ਕਾਰਨ ਹੈ। ਉਹ ਕਾਰਨ ਇਹ ਹੈ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹ ਦੱਸਿਆ, ਆਪਾਂ ਇਹ ਜਾਣ ਕੇ ਨਹੀਂ ਝੁਕਦੇ ਕਿ ਵੀ ਇਹ ਸ਼ਬਦ ਹੈ ਸਤਿਗੁਰੂ ਨੇ, ਆਪਾਂ ਇਹ ਜਾਣ ਕੇ ਝੁਕਦੇ ਹਾਂ ਕਿਉਂਕਿ ਇਹ ਨਿਰੰਕਾਰ ਹੈ ਤੇ ਇਸੇ ਨਿਰੰਕਾਰ ਨੇ ਸਾਰੀ ਸ੍ਰਿਸ਼ਟੀ ਨੂੰ ਬਣਾਇਆ। ਆਪਾਂ ਇਹ ਜਾਣ ਕੇ ਝੁਕਦੇ ਹਾਂ। ਬਚਨ ਸਾਂਝਾ ਕਰਨ ਲੱਗਾ ਸਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਨਮਸਕਾਰ ਤਿਸ ਹੀ ਕੋ ਹਮਾਰੀ। ਮੈਂ ਤਾਂ ਝੁਕਦਾ ਹੀ ਉਹਦੇ ਅੱਗੇ ਹਾਂ, ਮੈਂ ਤਾਂ ਨਮਸਕਾਰ ਹੀ ਉਹਦੇ ਅੱਗੇ ਕਰਦਾ। ਸਕਲ ਪ੍ਰਜਾ ਜਿਨੇ ਆਪ ਸਵਾਰੀ, ਜਿਨੇ ਸਾਰੀ ਸ੍ਰਿਸ਼ਟੀ ਨੂੰ ਸਾਜਿਆ। ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਮੈਂ ਗੁਣ ਵੀ ਉਹਦੇ ਹੀ ਗਾਉਣਾ ਕਿਉਂਕਿ ਮੈਂ ਰਹਿੰਦਾ ਹੀ ਉਹਦੇ ਚਰਨਾਂ 'ਚ। ਤੇ ਜਿਹਦੇ ਕੋਲ ਰਹੀਏ
ਬੰਦਾ ਅਕਸਰ ਉਹਦੇ ਹੀ ਗੁਣ ਗਾਉਂਦਾ ਹੈ। ਇਹ ਵੀ ਖਿਆਲ ਵਿੱਚ ਰੱਖਿਓ। ਜਿਹਦੇ ਕੋਲ ਕੋਈ ਕੰਮ ਕਰਦਾ ਹੋਵੇ, ਜਿਹਦੇ ਘਰ ਵਿੱਚ ਕੋਈ ਰਹਿੰਦਾ ਹੋਵੇ, ਜਿਹਦੇ ਆਸਰੇ ਤੇ ਕੋਈ ਜਿਉਂਦਾ ਹੋਵੇ, ਉਹ ਹਮੇਸ਼ਾ ਉਸੇ ਦੀ ਗੱਲ ਕਰੇਗਾ, ਦੂਜੇ ਦੀ ਗੱਲ ਨਹੀਂ ਕਰੇਗਾ। ਭਾਵੇਂ ਉਹ ਲੱਖ ਬੁਰਾ ਕਿਉਂ ਨਾ ਹੋਵੇ, ਬੁਰਾਈਆਂ ਉਹਦੇ ਅੰਦਰ ਕਿਉਂ ਨਾ ਹੋਣ, ਉਹ ਉਹਦੇ ਗੁਣਾਂ ਨੂੰ, ਉਹਦੀਆਂ ਬੁਰਾਈਆਂ ਨੂੰ ਵੀ ਗੁਣ ਦੇ ਵਿੱਚ ਪੇਸ਼ ਕਰੇਗਾ। ਪਰ ਸਾਡੇ ਗੁਰੂ ਦੇ ਅੰਦਰ ਤਾਂ ਕੋਈ ਔਗਣ ਹੈ ਹੀ ਨਹੀਂ, ਆਪਾਂ ਕੀ ਬੁਰਾਈ ਇਹਦੀ ਬਿਆਨ ਕਰਾਂਗੇ। ਇਸੇ ਕਰਕੇ ਬੇਨਤੀ ਕਰਾਂ, ਆਪਾਂ ਗੁਰੂ ਦੇ ਚਰਨਾਂ ਵਿੱਚ ਰਹਿੰਦੇ ਹਾਂ, ਆਪਾਂ ਗੁਰੂ ਦੇ ਆਸਰੇ ਤੇ ਜਿਉਂਦੇ ਹਾਂ। ਆ ਜੋ ਕੁਝ ਵੀ ਆਪਾਂ ਅੱਜ ਸੰਸਾਰ ਤੇ ਮਾਣਦੇ ਹਾਂ, ਇਹ ਗੁਰੂ ਦੀ ਕਿਰਪਾ ਸਦਕਾ ਮਾਣਦੇ ਹਾਂ। ਫਿਰ ਆਪਾਂ ਗੁਰੂ ਦੇ ਗੁਣਾਂ ਨੂੰ ਕਿਉਂ ਨਹੀਂ ਬਿਆਨ ਕਰਦੇ। ਹਾਲਾਂਕਿ ਆਪਾਂ ਕਹਿੰਦੇ ਰੋਜ਼ ਆ, ਚਰਨ ਚਲੋ ਮਾਰਗ ਗੋਬਿੰਦ, ਚੱਲ ਲੈਂਦੇ ਹਾਂ, ਪਰ ਉਹਦੀ ਗੱਲ ਫਿਰ ਆਪਾਂ ਨਹੀਂ ਕਰ ਪਾਉਂਦੇ। ਸੋ ਸਤਿਗੁਰੂ ਜੀ ਕਹਿੰਦੇ ਆ, ਭਾਈ ਜਿਹਦੇ ਚਰਨਾਂ ਵਿੱਚ ਸਾਰੇ ਜੀਵ ਨਿਮਦੇ ਆ, ਸਾਰੇ ਗੁਣ ਵੀ ਉਹਦੇ ਹੀ ਗਾਉਂਦੇ ਆ। ਕੋਈ ਐਸਾ ਨਹੀਂ ਹੈ ਜਿਹੜਾ ਉਹਦੇ ਗੁਣਾਂ ਨੂੰ ਨਾ ਗਾ ਰਿਹਾ ਹੋਵੇ। ਹਰ ਜੇਠ ਜੜੰਦਾ ਲੋੜੀਐ, ਜਿਸ ਅੱਗੇ ਸਭ ਨਿਵਨ। ਵੈਸੇ ਜੇਠ ਦਾ ਅਰਥ ਜਿਹੜਾ ਹੈ ਉਹ ਵੱਡਾ ਕਰਕੇ, ਸੁਭਾਵ ਅਰਥਾਂ ਦੇ ਵਿੱਚ ਜਦੋਂ ਇਹਨੂੰ ਵਿਚਾਰਦੇ ਆ, ਇਹਦਾ ਅਰਥ ਹੈ ਵੱਡਾ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆ, ਜਿਸ ਹਰੀ ਦੇ ਅੱਗੇ ਸਾਰੇ ਜੀਵ ਨਿਵਾਉਂਦੇ ਹਨ, ਜੇਠ ਦੇ ਮਹੀਨੇ ਵਿੱਚ ਉਸ ਦੇ ਚਰਨਾਂ ਵਿੱਚ ਜੁੜਨਾ ਚਾਹੀਦਾ। ਫਿਰ ਇੱਥੇ ਮੈਂ ਬੇਨਤੀ ਕਰਦਾ, ਸ਼ਬਦ ਦੇ ਭਾਵ ਅਰਥਾਂ ਦੇ ਵਿੱਚੋਂ ਹੀ ਮੈਂ ਤੁਹਾਡੇ ਨਾਲ ਬੇਨਤੀ ਕਰਨੀ ਹੈ। ਪ੍ਰੋਫੈਸਰ ਸਾਹਿਬ ਸਿੰਘ ਨੇ ਇਹਦੇ ਅਰਥ ਕੀਤੇ ਆ, ਜੇਠ ਦੇ ਮਹੀਨੇ ਵਿੱਚ ਹੀ ਪਰਮਾਤਮਾ ਦੇ ਚਰਨਾਂ ਵਿੱਚ ਜੁੜਨਾ ਚਾਹੀਦਾ। ਸਮਝਣ ਵਾਲੇ ਨੇ ਇੱਕ ਸਵਾਲ ਇੱਥੇ ਖੜਾ ਕਰ ਦੇਣਾ, ਹੋ ਸਕਦਾ ਤੁਹਾਡੇ ਮਨ ਵਿੱਚ ਵੀ ਆ ਗਿਆ ਹੋਵੇ। ਤੁਸੀਂ ਕਹੋਗੇ ਕਿ ਵੀ ਇਕੱਲਾ ਜੇਠ ਦੇ ਮਹੀਨੇ ਵਿੱਚ ਹੀ ਨਿਭਣਾ ਚਾਹੀਦਾ, ਬਾਕੀ ਦਿਨਾਂ ਵਿੱਚ ਨਹੀਂ, ਬਾਕੀ ਮਹੀਨਿਆਂ ਵਿੱਚ ਨਹੀਂ। ਸਾਲ ਦੇ 12 ਮਹੀਨੇ ਨੇ, ਕਿ ਉਹਨਾਂ ਦਿਨਾਂ ਵਿੱਚ ਰੱਬ ਅੱਗੇ ਝੁਕਣਾ ਨਹੀਂ ਚਾਹੀਦਾ? ਐਸਾ ਨਹੀਂ ਹੈ। ਸਤਿਗੁਰੂ ਜੀ ਸਾਡੀ ਸ਼ੁਰੂਆਤ ਕਰਾ ਰਹੇ ਆ। ਜੇ ਅੱਜ ਤੋਂ ਸ਼ੁਰੂਆਤ ਕਰ ਲੇਗਾ ਇਸ ਮਹੀਨੇ ਤੋਂ, ਤੇ ਆਉਣ ਵਾਲੇ ਮਹੀਨੇ ਵੀ ਤੇਰੇ ਸਫਲੇ ਹੋ ਜਾਣਗੇ, ਤੂੰ ਹਮੇਸ਼ਾ ਹੀ ਜੁੜਿਆ ਰਹੇਗਾ। ਵੈਸੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਸਾਨੂੰ ਰੱਬ ਦੀ ਸਦਾ ਹੀ ਸਿਫਤ ਸਲਾਹ ਕਰਨ ਦੀ ਪ੍ਰੇਰਣਾ ਦਿੰਦੀ ਹੈ। ਬਾਣੀ ਦੇ ਅੰਦਰ ਇਸ ਤਰ੍ਹਾਂ ਕਦੀ ਨਹੀਂ ਕਿਤੇ ਵੀ ਲਿਖਿਆ। ਤੁਸੀਂ ਸਾਰੇ ਸੱਜਣ ਬਾਣੀ ਪੜ੍ਹਨ ਵਾਲੇ ਬੈਠੇ ਹੋ, ਸਹਿਜ ਪਾਠ ਕਰਦੇ ਹੋਵੋਗੇ। ਸਹਿਜ ਪਾਠ ਕਰਦਿਆਂ ਕਦੀ ਤੁਸੀਂ ਇਹ ਤੋਕੇ, ਇਹ ਸ਼ਬਦ ਕਦੀ ਪੜ੍ਹਿਆ ਹੋਵੇ ਕਿ ਵੀ ਸਤਿਗੁਰੂ ਜੀ ਕਹਿੰਦੇ ਆ, ਕੱਲਾ ਸੰਗਰਾਂਦ ਤੇ ਮੇਰੇ ਚਰਨਾਂ ਵਿੱਚ ਆਈ? ਕਿਤੇ ਸਤਿਗੁਰ ਇਹ ਕਹਿੰਦੇ ਆ ਕਿ ਕੱਲਾ ਮੱਸਿਆ ਵਾਲੇ ਦਿਨ ਹੀ ਮੇਰੇ ਕੋਲ ਆਈ, ਉਹ ਜਿਹੜੀ ਅੱਜ ਸਾਡੇ ਅੰਦਰ ਸਮੱਸਿਆ ਬਣ ਕੇ ਖੜੀ ਹੈ? ਕਦੀ ਸਤਿਗੁਰ ਕਹਿੰਦੇ ਆ ਕਿ ਵੀ ਪੂਰਨਮਾਸ਼ੀ ਵਾਲੇ ਦਿਨ ਹੀ ਆਈ? ਕਦੀ ਸਤਿਗੁਰੂ ਜੀ ਕਹਿੰਦੇ ਆ ਕਿ ਵੀ ਸਾਲ ਮਹੀਨੇ ਬਾਅਦ ਨਵਾਂ ਸਾਲ ਚੜ੍ਹੇਗਾ, ਤੂੰ ਮੇਰੇ ਚਰਨਾਂ 'ਚ ਜੁੜੀ ਆ ਕੇ? ਨਹੀਂ, ਸਤਿਗੁਰੂ ਜੀ ਨੇ ਐਸਾ ਬਾਣੀ ਵਿੱਚ ਕਿਤੇ ਜ਼ਿਕਰ ਨਹੀਂ ਕੀਤਾ, ਤੇ ਨਾ ਹੀ ਕਿਤੇ ਜ਼ਿਕਰ ਆਏਗਾ। ਸਗੋਂ ਗੁਰੂ ਅਮਰਦਾਸ ਮਹਾਰਾਜ ਜੀ ਇੱਕ ਬੜਾ ਪਿਆਰਾ ਜ਼ਿਕਰ ਕਰਦੇ ਆ। ਸਤਿਗੁਰੂ ਜੀ ਕਹਿੰਦੇ ਇੱਕ ਦਿਨ ਨਹੀਂ, 2 ਦਿਨ ਨਹੀਂ। ਚਲੋ ਇੱਕ ਸਾਖੀ ਦਾ ਆਪਾਂ ਸਹਾਰਾ ਲੈਂਦੇ ਹਾਂ। ਗੁਰੂ ਅਮਰਦਾਸ ਮਹਾਰਾਜ ਜੀ ਦੇ ਜੀਵਨ ਦੇ ਅੰਦਰ ਕੁਝ ਜੋਗੀ ਆਉਂਦੇ ਆ ਸਤਿਗੁਰੂ ਜੀ ਦੀ ਸ਼ਰਨ ਦੇ ਅੰਦਰ, ਤੇ ਉਹਨਾਂ ਜੋਗੀਆਂ ਦੇ ਨਾਲ ਵਿਚਾਰ ਕਰਨ ਤੋਂ ਬਾਅਦ ਇੱਕ ਰੋਜ਼ ਸੰਗਤ ਕਰਨ ਵਾਲਾ ਸਿੱਖ ਆ ਕੇ ਬੈਠਦਾ ਹੈ। ਉਹਦੇ ਮਨ ਦੇ ਵਿੱਚ ਇੱਕ ਸਵਾਲ ਖੜਾ ਹੁੰਦਾ, ਤੇ ਉਹਦਾ ਜੀ ਵੀ ਬੜਾ ਕਰਦਾ, ਮੈਂ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਪੁੱਛਾਂ ਤੇ ਸਹੀ। ਸਵਾਲ ਉਹ ਕਿਹੜਾ ਜਿਹੜਾ ਉਹਨੂੰ ਹਰ ਦਿਨ ਤੰਗ ਕਰਦਾ, ਪਰ ਉਹਦਾ ਖੀਆ ਨਹੀਂ ਪੈਂਦਾ ਕਿ ਮੈਂ ਸਤਿਗੁਰੂ ਨੂੰ ਪੁੱਛ ਲਵਾਂ। ਇੱਕ ਦਿਨ ਲੰਘਿਆ, 2 ਦਿਨ ਲੰਘੇ, 3 ਦਿਨ ਲੰਘੇ। ਅੰਦਰ ਦੀ ਜਾਣਨ ਵਾਲੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਕੋਲ ਬੁਲਾ ਲਿਆ। ਕੋਲ ਬੁਲਾ ਕੇ ਕਹਿਣ ਲੱਗੇ, ਸਿੱਖਾ ਰੋਜ਼ ਆਉਣਾ, ਸਵਾਲ ਆਪਣੇ ਦਿਲ ਹਿਰਦੇ ਦੇ ਅੰਦਰ ਲੈ ਕੇ ਵਾਪਸ ਚਲਾ ਜਾਣਾ, ਭਾਰ ਹੌਲਾ ਕਿਉਂ ਨਹੀਂ ਕਰਦਾ? ਸਵਾਲ ਹਮੇਸ਼ਾ ਬੰਦੇ ਨੂੰ ਤੰਗ ਕਰੇਗਾ ਜਦੋਂ ਤੱਕ ਉਹਦਾ ਜਵਾਬ ਨਹੀਂ ਮਿਲੇਗਾ। ਜਵਾਬ ਮਿਲ ਜਾਏਗਾ
ਬੰਦਾ ਸੌਖਾ ਹੋ ਜਾਏਗਾ। ਸਾਡੇ ਅੰਦਰ ਵੀ ਸਵਾਲ ਨੇ ਬਾਣੀ ਪ੍ਰਤੀ, ਪਰ ਆਪਾਂ ਉਹਨਾਂ ਸਵਾਲਾਂ ਨੂੰ ਗੁਰੂ ਤੋਂ ਕਦੀ ਆ ਕੇ ਪੁੱਛਦੇ ਹੀ ਨਹੀਂ, ਤਾਂ ਹੀ ਆਪਾਂ ਦੁਖੀ ਹੁੰਦੇ ਆ, ਤੰਗ ਕਰਦੇ ਆ ਸਾਨੂੰ ਉਹ। ਸਰੋ ਵਿਚਾਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆ, ਸਿੱਖਾ ਰੋਜ਼ ਆਉਣਾ ਉਸੇ ਤਰ੍ਹਾਂ ਚਲਾ ਜਾਣਾ, ਸਵਾਲ ਲੈ ਕੇ ਪੁੱਛਦਾ ਕਿਉਂ ਨਹੀਂ, ਕੀ ਕਹਾਣੀ ਹੈ। ਗੁਰੂ ਅਮਰਦਾਸ ਮਹਾਰਾਜ ਜੀ ਨੂੰ ਕਹਿੰਦਾ, ਸਤਿਗੁਰੂ ਜੀਓ ਮੇਰਾ ਸਵਾਲ ਇਹ ਹੈ, ਜੇ ਤੁਸੀਂ ਅੱਜ ਪੁੱਛ ਲਿਆ ਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ, ਤੁਹਾਡੇ ਕੋਲ ਕਿਸੇ ਗੱਲ ਦੀ ਕਮੀ ਹੈ? ਹੁਣ ਧਿਆਨ ਨਾਲ ਸੁਣਿਓ, ਕਿਸ ਭਾਵ ਦੇ ਵਿੱਚ ਉਹ ਸਵਾਲ ਕਰ ਰਿਹਾ। ਤੁਹਾਡੇ ਕੋਲ ਭਗਤਾਂ ਦੀ ਬਾਣੀ ਹੈ, ਤੁਹਾਡੇ ਕੋਲ ਗੁਰੂ ਨਾਨਕ ਮਹਾਰਾਜ ਜੀ ਦੀ ਬਾਣੀ ਹੈ, ਗੁਰੂ ਅੰਗਦ ਪਾਤਸ਼ਾਹ ਜੀ ਦੀ ਬਾਣੀ ਹੈ, ਕਿ ਹਜੇ ਵੀ ਉਸ ਪਰਮਾਤਮਾ ਦੀ ਇਹ ਬਾਣੀ ਉਚਾਰਨ ਕਰਨ ਦੀ ਲੋੜ ਹੈ, ਕਿ ਹਜੇ ਵੀ ਰੱਬ ਦੀ ਇੰਨੀ ਸਿਫਤ ਸਲਾਹ ਕਰਨ ਦੀ ਲੋੜ ਹੈ। ਗੁਰੂ ਅਮਰਦਾਸ ਮਹਾਰਾਜ, ਫਿਰ ਉਹ ਕਵੀ ਸੰਤੋਖ ਸਿੰਘ ਨੇ ਇਸ ਸਾਖੀ ਦਾ ਜ਼ਿਕਰ ਕੀਤਾ, ਕਹਿੰਦੇ ਧੰਨ ਗੁਰੂ ਅਮਰਦਾਸ ਮਹਾਰਾਜ ਜਵਾਬ ਦਿੰਦੇ ਆ, ਕਹਿੰਦੇ ਕਦੀ ਸਮੁੰਦਰਾਂ ਦੇ ਵਿੱਚ ਜਾ ਕੇ ਸਮੁੰਦਰਾਂ ਦੀਆਂ ਤਹਿਆਂ ਦੇ ਵਿੱਚੋਂ, ਸਿੱਪੀਆਂ ਦੇ ਮੂੰਹਾਂ ਵਿੱਚੋਂ ਮੋਤੀ ਕੱਢ ਕੇ ਲਿਆਉਣ ਵਾਲੇ ਕਦੀ ਇਹ ਨਹੀਂ ਕਹਿੰਦੇ ਕਿ ਵੀ ਹੁਣ ਅਸੀਂ ਬੈਠ ਜਾਈਏ, ਉਹ ਫਿਰ ਜਾਂਦੇ ਕੱਢ ਲਿਆਉਂਦੇ ਆ। ਬਸ ਇਹੀ ਕਹਾਣੀ ਹੈ। ਉਹ ਪਰਮਾਤਮਾ ਦੀ ਸਿਫਤ ਸਲਾਹ, ਉਸ ਪਰਮਾਤਮਾ ਦੇ ਚਰਨਾਂ ਵਿੱਚ ਹਰ ਵੇਲੇ ਜੁੜੇ ਰਹਿਣਾ ਚਾਹੀਦਾ ਹੈ, ਕਦੀ ਵੀ ਉਸ ਪਰਮਾਤਮਾ ਦੇ ਚਰਨਾਂ ਚੋਂ ਦੂਰ ਨਹੀਂ ਹੋਣਾ ਚਾਹੀਦਾ। ਗੁਰੂ ਅਮਰਦਾਸ ਮਹਾਰਾਜ ਜਵਾਬ ਦਿੰਦੇ ਆ, ਸਦਾ ਸਿਫਤ ਸਲਾਹ ਤੇਰੀ। ਹੁਣ ਇੱਥੇ ਸਤਿਗੁਰ ਨੇ ਇਹ ਨਹੀਂ ਆਖਿਆ ਤੂੰ ਵੀਰਵਾਰ ਚੁਣ ਲਈ, ਤੂੰ ਮਹੀਨਾ ਮੱਸਿਆ ਚੁਣ ਲਈ, ਤੂੰ ਸਾਲ ਚੁਣ ਲਈ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆ, ਜੇ ਰੱਬ ਦੀ ਸਿਫਤ ਸਲਾਹ ਕਰਨ ਬੈਠ ਗਿਆ ਨਾ, ਇਸ ਢੰਗ ਦੇ ਨਾਲ ਕਰੀ ਕਿ ਵੀ ਉਹ ਸਿਫਤ ਸਲਾਹ ਸਦਾ ਹੀ ਤੇਰੇ ਹਿਰਦੇ ਚੋਂ ਨਿਕਲਦੀ ਰਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਛੋਟੀਆਂ ਛੋਟੀਆਂ ਗੱਲਾਂ ਨੇ, ਸਮਝਣ ਵਾਲੀਆਂ ਨੇ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਇੱਕ ਗੱਲ ਹੋਰ ਸਾਡੇ ਪੱਲੇ ਦੇ ਨਾਲ ਬੰਨੀ ਹੈ। ਰੱਬ ਦੀ ਸਿਫਤ ਸਲਾਹ ਕਰਨੀ ਹੈ, ਪਰ ਕਰਨੀ ਕਿਵੇਂ ਹੈ? ਸਾਡੇ ਅੰਦਰ ਵੀ ਸਵਾਲ ਪੈਦਾ ਹੋਏਗਾ ਕਿ ਮੈਂ ਰੱਬ ਦੀ ਸਿਫਤ ਸਲਾਹ ਤੇ ਇਹ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਰੋਜ਼ ਹੀ ਕਰਨੀ ਹੈ, ਨਿੱਤ ਹੀ ਕਰਨੀ ਹੈ, ਪਰ ਮੇਰੀ ਝੋਲੀ ਵਿੱਚ ਇਹ ਵੀ ਬਖਸ਼ਿਸ਼ ਪਾ ਦਿਓ, ਮੇਰੀ ਝੋਲੀ ਵਿੱਚ ਇਹ ਵੀ ਰਹਿਮਤ ਪਾ ਦਿਓ ਕਿ ਕਰਨੀ ਕਿਵੇਂ ਹੈ। ਮੈਨੂੰ ਤਾਂ ਕਰਨੀ ਨਹੀਂ ਆਉਂਦੀ, ਪਰ ਜਿਸ ਢੰਗ ਤਰੀਕੇ ਦੇ ਨਾਲ ਮੈਂ ਕਰਦਾ ਉਹਨੂੰ ਤੁਸੀਂ ਪਖੰਡ ਕਹਿੰਦੇ ਹੋ, ਉਹਨੂੰ ਤੁਸੀਂ ਭਰਮ ਕਹਿੰਦੇ ਹੋ। ਮੈਂ ਕਰਦਾ ਜ਼ਰੂਰ ਹਾਂ, ਮੈਂ ਤੇ ਆਰਤੀਆਂ ਕਰਦਾ ਆ, ਮੈਂ ਤਾਂ ਦੀਵੇ ਜਗਾ ਕੇ ਥਾਲੀਆਂ ਕਮਾਉਂਦਾ, ਮੈਂ ਤੇ ਉਹਨੂੰ ਹੀ ਸਿਫਤ ਸਲਾਹ ਸਮਝੀ ਜਾ ਰਿਹਾ। ਨਹੀਂ, ਸਤਿਗੁਰੂ ਜੀ ਕਹਿੰਦੇ ਇਸ ਤਰ੍ਹਾਂ ਨਹੀਂ ਕਰਨੀ। ਆ ਮੈਂ ਤੈਨੂੰ ਦੱਸਾਂ ਕਿਸ ਤਰ੍ਹਾਂ ਕਰਨੀ ਆ। ਸਤਿਗੁਰੂ ਜੀ ਕਹਿੰਦੇ ਇੱਕ ਮਨ ਇੱਕ ਚਿੱਤ ਭਾਏ, ਇੱਕ ਮਨ ਹੋ ਕੇ, ਇੱਕ ਚਿੱਤ ਹੋ ਕੇ ਜਦੋਂ ਤੂੰ ਉਸ ਪਰਮਾਤਮਾ ਦੀ ਬੰਦਗੀ ਕਰੇਗਾ ਨਾ, ਉਹ ਅਸਲ ਵਿੱਚ ਤੇਰੀ ਸੱਚੀ ਸਿਫਤ ਸਲਾਹ ਬਣ ਜਾਏਗੀ। ਆਹ ਹੈ ਗੁਰਮਤਿ ਦੀ ਸਿਫਤ ਸਲਾਹ, ਪਰਮਾਤਮਾ ਨੂੰ ਜਪਣਾ, ਪਰਮਾਤਮਾ ਨੂੰ ਸਿਮਰਨਾ। ਪਰ ਕਿੰਨੀ ਕਮਾਲ ਦੀ ਗੱਲ ਹੈ, ਸਾਡੀ ਸਿਫਤ ਸਲਾਹ ਅੰਮ੍ਰਿਤ ਵੇਲੇ ਤੋਂ ਸ਼ੁਰੂ ਹੋ ਜਾਂਦੀ ਹੈ। ਸਾਡੀ ਸਿਫਤ ਸਲਾਹ ਅੰਮ੍ਰਿਤ ਵੇਲੇ ਤੋਂ ਸ਼ੁਰੂ ਹੋ ਜਾਂਦੀ ਹੈ। ਜਦੋਂ ਆਪਾਂ ਮੂਲ ਮੰਤਰ ਪੜ੍ਹਦੇ ਹਾਂ, ਜਪ ਸ਼ਬਦ ਦਾ ਹੀ ਅਰਥ ਹੈ ਰੱਬ ਦੀ ਸਿਫਤ ਸਲਾਹ ਸ਼ੁਰੂ ਹੋਣ ਲੱਗੀ ਹੈ, ਇਹਨੂੰ ਜਪਣਾ ਕਰ। ਜਪ ਬਾਣੀ ਇਸੇ ਆਧਾਰ ਤੇ ਹੈ। ਸਰੋ ਵਿਚਾਰ ਅੱਗੇ ਤੁਰੀਏ। ਹਰ ਜੇਠ ਜੜੰਦਾ ਲੋੜੀਏ, ਜਿਸ ਅੱਗੇ ਸਭ ਨਿਵੰਨ। ਹੇ ਭਾਈ, ਜੇਠ ਦਾ ਮਹੀਨਾ ਤੈਨੂੰ ਇਹ ਗੱਲ ਤੇਰੇ ਲਈ ਖੁਸ਼ੀਆਂ ਭਰੀ ਲੈ ਕੇ ਆਇਆ। ਹੁਣ ਜੁੜਨ ਦਾ ਵੇਲਾ ਹੈ, ਹੁਣ ਪਰਮਾਤਮਾ ਨੂੰ ਮਿਲਣ ਦਾ ਵੇਲਾ ਹੈ। ਆ ਜੇਠ ਦਾ ਮਹੀਨਾ ਤੈਨੂੰ ਆਵਾਜ਼ਾਂ ਮਾਰਦਾ, ਉਸ ਵੱਡੇ ਪਰਮਾਤਮਾ ਦੇ ਨਾਲ ਤੈਨੂੰ ਜੋੜਦਾ। ਤੂੰ ਪਰਮਾਤਮਾ ਦੇ ਨਾਲ ਜੁੜ ਜਾ। ਅੱਗੇ ਸਤਿਗੁਰੂ ਜੀ ਕਹਿੰਦੇ, ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ। ਇਹਦੇ ਭਾਵ ਅਰਥ ਨੇ ਜੀ, ਜੇ ਹਰੀ ਸੱਜਣ ਦੇ ਲੜ ਲੱਗੇ ਰਹੀਏ, ਪਹਿਲੀ ਗੱਲ ਤਾਂ ਅਸੀਂ ਲੱਗੇ ਨਹੀਂ, ਕਿਉਂਕਿ ਹਜੇ ਤਾਂ ਆਪਾਂ ਬੜੀ ਦੂਰ ਆ ਗੁਰਮਤਿ ਤੋਂ।
ਹਜੇ ਤਾਂ ਅਸੀਂ ਦੁਰਮਤ ਦੇ ਧਾਰਨੀ ਆ। ਜਦੋਂ ਸਾਡੇ ਅੰਦਰੋਂ ਦੁਰਮਤ ਦਾ ਭਾਂਡਾ ਫੁੱਟੇਗਾ ਆਪਾਂ ਗੁਰਮਤ ਵਾਲੇ ਪਾਸੇ ਆਵਾਂਗੇ। ਜਦੋਂ ਤੱਕ ਸਾਡੇ ਅੰਦਰੋਂ ਦੁਰਮਤ ਭੈੜੀ ਮਤ ਦਾ ਭਾਂਡਾ ਨਹੀਂ ਫੁੱਟਦਾ ਉਦੋਂ ਤੱਕ ਆਪਾਂ ਗੁਰਮਤ ਨੂੰ ਨਹੀਂ ਜਾਣ ਪਾਵਾਂਗੇ। ਆਪਣੇ ਅੰਦਰੋਂ ਮਾੜਾ ਕੱਢਾਂਗੇ ਤੇ ਚੰਗਾ ਆਏਗਾ। ਜੇ ਚੰਗਾ ਲਿਆਉਣਾ ਹੈ ਫਿਰ ਮਾੜਾ ਕੱਢਣਾ ਹੀ ਪੈਣਾ ਹੈ। ਬਸ ਇਹੀ ਕਹਾਣੀ ਹੈ। ਭਰਮ ਪਖੰਡ ਆਪਣੇ ਅੰਦਰੋਂ ਕੱਢਣੇ ਪੈਣਗੇ ਜੇ ਗੁਰੂ ਦੇ ਨਾਲ ਜੁੜਨਾ ਹੈ। ਜੇ ਆਪਾਂ ਚਾਹੁੰਦੇ ਹਾਂ ਕਿ ਵੀ ਆਪਾਂ ਗੁਰੂ ਦੇ ਲੜ ਲੱਗ ਜਾਈਏ। ਬੇਨਤੀ ਕਰਨੀ ਚਾਹੁੰਦਾ ਇੱਕ, ਅਕਸਰ ਸਾਡੇ ਘਰਾਂ ਦੇ ਅੰਦਰ ਮਾਂ ਬਾਪ ਇੱਕ ਗੱਲ ਕਹਿੰਦੇ ਆ, ਸਾਡੇ ਧੀਆਂ ਪੁੱਤਰ ਗੁਰੂ ਨਾਲ ਜੁੜੇ ਹੋਏ ਆ, ਪਰ ਅਸਲ ਹਕੀਕਤ ਦੇ ਅੰਦਰ ਜਦੋਂ ਤੁਸੀਂ ਝਾਤ ਮਾਰਦੇ ਹੋ ਨਾ, ਮੈਂ ਤੁਹਾਡੀ ਗੱਲ ਨਹੀਂ ਕਰਦਾ, ਮੈਂ ਵੀ ਵਿੱਚ ਹੀ ਹਾਂ। ਜਦੋਂ ਅਸੀਂ ਝਾਤ ਮਾਰਦੇ ਆ ਨਾ, ਜੁੜਨ ਦੀ ਗੱਲ ਤਾਂ ਦੂਰ ਦੀ, ਇੱਕ ਅੱਖਰ ਵੀ ਉਹਦੇ ਪੱਲੇ ਨਹੀਂ ਹੁੰਦਾ ਗੁਰੂ ਦਾ। ਮੈਂ ਫਿਰ ਬੇਨਤੀ ਧਿਆਨ ਨਾਲ ਮੇਰੀ ਸੁਣਿਓ। ਮੈਂ ਇਹ ਬੇਨਤੀ ਕਰਨੀ ਚਾਹੁੰਦਾ, ਅਸੀਂ ਕਹਿੰਦੇ ਆ ਸਾਡੀ ਧੀ ਸਾਡਾ ਪੁੱਤਰ ਗੁਰੂ ਨਾਲ ਜੁੜਿਆ ਹੋਇਆ, ਉਸੇ ਧੀ ਪੁੱਤਰ ਨੂੰ 5 ਪਿਆਰਿਆਂ ਦੇ ਨਾਮ ਪੁੱਛ ਕੇ ਵੇਖੋ। ਉਸੇ ਧੀ ਪੁੱਤਰ ਨੂੰ 4 ਸਾਹਿਬਜ਼ਾਦਿਆਂ ਦੇ ਨਾਮ ਪੁੱਛ ਕੇ ਵੇਖੋ। ਉਸੇ ਧੀ ਪੁੱਤਰ ਨੂੰ 10 ਗੁਰੂ ਸਾਹਿਬਾਨਾਂ ਦੇ ਨਾਮ ਪੁੱਛ ਕੇ ਵੇਖੋ। ਉਹ ਆਖੇਗਾ ਕਿ ਵੀ ਮੈਨੂੰ ਐਕਟਰਾਂ ਦੇ ਨਾਮ ਜਿੰਨੇ ਮਰਜ਼ੀ ਸੁਣ ਲੈ, ਮੇਰੇ ਤੋਂ ਸਿੰਗਰਾਂ ਦੇ ਨਾਮ ਜਿੰਨੇ ਮਰਜ਼ੀ ਸੁਣ ਲੈ, ਪਰ ਮੈਨੂੰ ਇਹ ਨਾ ਪੁੱਛ ਕਿ 10 ਪਾਤਸ਼ਾਹੀਆਂ ਦੇ ਨਾਮ ਕਿੰਨੇ ਨੇ। ਮੈਨੂੰ ਇਹ ਨਾ ਪੁੱਛ 5 ਪਿਆਰਿਆਂ ਦੇ ਨਾਮ ਕੀ ਨੇ। ਮੈਨੂੰ ਇਹ ਨਾ ਪੁੱਛ 5 ਤਖਤ ਕਿਹੜੇ ਨੇ। ਅਸਲ ਵਿੱਚ ਆਪਾਂ ਕਹਿੰਦੇ ਆ ਜੁੜੇ ਆ। ਬੇਨਤੀ ਕਰਾਂ, ਜੁੜੇ ਨਹੀਂ। ਜੇ ਜੁੜੇ ਹੁੰਦੇ ਕਹਾਣੀ ਹੋਰ ਹੋਣੀ ਸੀ। ਸੋ ਸਤਿਗੁਰੂ ਜੀ ਕਹਿੰਦੇ ਆ, ਭਾਈ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ। ਜੇ ਖਰੀ ਸੱਜਣ ਦੇ ਲੜ ਲੱਗੇ ਰਹੀਏ ਤਾਂ ਉਹ ਕਿਸੇ ਜਮ ਆਦਿਕ ਨੂੰ ਆਗਿਆ ਨਹੀਂ ਦਿੰਦਾ। ਜਮਾਂ ਨੂੰ ਵੀ ਤੇ ਆਗਿਆ ਉਹ ਪਰਮਾਤਮਾ ਹੀ ਦਿੰਦਾ ਹੈ ਨਾ, ਭਾਵੇਂ ਜਮ ਬਾਹਰ ਦੇ ਹੋਣ ਤੇ ਭਾਵੇਂ ਅੰਦਰ ਦੇ ਹੋਣ। ਸਤਿਗੁਰੂ ਜੀ ਕਹਿੰਦੇ ਉਹ ਆਗਿਆ ਦਿੰਦਾ ਹੈ ਤੇ ਜਮ ਸਤਾਉਂਦੇ ਆ, ਪਰ ਜਦੋਂ ਕਿਰਪਾ ਕਰਦਾ ਹੈ ਉਦੋਂ ਸਤਿਗੁਰੂ ਜੀ ਕਹਿੰਦੇ ਆ, ਤੇਰੇ ਸੇਵਕ ਕੋ ਭਉ ਕਿਛ ਨਾਹੀ, ਜਮ ਨਹੀਂ ਆਵੇ ਨੇਰੇ। ਇਹ ਪਰਮਾਤਮਾ ਸਭ ਕੁਝ ਤੇਰੀ ਆਗਿਆ ਦੇ ਵਿੱਚ ਤੁਰਦਾ ਹੈ, ਪਰ ਤੇਰੀ ਆਗਿਆ ਹੋਵੇ ਤੇ ਜਮ ਵੀ ਕੁਝ ਨਹੀਂ ਵਿਗਾੜ ਸਕਦਾ। ਤੂੰ ਤਾਂ ਜਮਾਂ ਨੂੰ ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਆ। ਤੂੰ ਤੇ ਪੰਜਾਂ ਨੂੰ ਬੰਨ ਲੈਣਾ, ਕਿਉਂਕਿ ਇਹ ਬੰਨਣ ਦੀ ਤਾਕਤ ਤੂੰ ਤਾਂ ਮੈਨੂੰ ਦੇਣਾ। ਜੇ ਤੂੰ ਤਾਕਤ ਨਾ ਦੇਵੇਂ, ਤੂੰ ਉਹਨਾਂ ਨੂੰ ਆਗਿਆ ਕਰਦੇ, ਜਮ ਤਾਂ ਮੈਨੂੰ ਰੋਜ਼ ਘੇਰ ਕੇ ਬੈਠੇ ਰਹਿੰਦੇ ਆ। ਬੇਨਤੀ ਫਿਰ ਕਰਾਂ ਇੱਕ ਹੋਰ, ਬਾਣੀ ਦੇ ਅੰਦਰ ਜਮ 5 ਵਿਕਾਰਾਂ ਨੂੰ ਵੀ ਕਿਹਾ ਗਿਆ। ਆਪਾਂ ਬਚਨ ਪੜ੍ਹਦੇ ਆ, ਮਾਰੈ ਲੂਟੈ ਨੀਤ ਨੀਤ ਕਿਸ ਆਗੈ ਕਰੀ ਪੁਕਾਰ ਜਨਾ। ਹੇ ਵਾਹਿਗੁਰੂ, ਮੈਨੂੰ ਰੋਜ਼ ਮਾਰਦੇ ਆ। ਜਮ ਕੀ ਕਰਦਾ ਭਲਾ? ਮਾਰਦਾ ਹੀ ਹੈ ਨਾ, ਜਾਨ ਜਿੰਦ ਕੱਢ ਕੇ ਲੈ ਜਾਂਦਾ ਬੰਦੇ ਦੀ। ਇਹੀ ਆਪਾਂ ਸੁਣਿਆ, ਜਿੰਦ ਕੱਢਦਾ ਲੈ ਜਾਂਦਾ। ਸਤਿਗੁਰੂ ਜੀ ਕਹਿੰਦੇ ਆ, ਇਹ ਜਿੰਦ ਤਾਂ ਤੇਰੀ ਰੋਜ਼ ਨਿਕਲ ਰਹੀ ਹੈ। ਜਿਵੇਂ ਉਦਾਹਰਨ ਪੱਖੋਂ ਘੜੇ ਦੇ ਵਿੱਚ ਛੇਕ ਹੋ ਜਾਏ, ਥੋੜਾ ਜਿਹਾ ਉਹ ਕਿਤੇ ਲੱਗ ਜਾਏ ਤੇ ਬੂੰਦ ਬੂੰਦ ਪਾਣੀ ਦੀ ਕਿਰਦੀ ਜਾਂਦੀ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਅੰਦਰ ਬੈਠੇ 5 ਜਾਮ ਬੰਦੇ ਨੂੰ ਇਸ ਤਰ੍ਹਾਂ ਮਾਰਦੇ ਆ, ਹੌਲੀ ਹੌਲੀ ਸਵਾਸ ਨਿਕਲਦੇ ਜਾਂਦੇ ਆ, ਖਤਮ ਹੁੰਦੇ ਜਾਂਦੇ ਆ। ਤੇ ਸਤਿਗੁਰੂ ਜੀ ਕਹਿੰਦੇ ਆ, ਮਾਰੈ ਲੁੱਟੈ ਨੀਤ ਨੀਤ ਕਿਸ ਆਗੈ ਕਰੀ ਪੁਕਾਰ ਜਨਾ। ਹੇ ਵਾਹਿਗੁਰੂ, ਮੈਂ ਕਿਹਦੇ ਅੱਗੇ ਪੁਕਾਰ ਕਰਾਂ? ਇਹ ਜਮਾਂ ਦੇ ਅੱਗੇ ਮੇਰੀ ਵੱਸ ਨਹੀਂ ਚੱਲਦੀ। ਇਹ ਜਮ ਮੈਨੂੰ ਰੋਜ਼ ਲੁੱਟਦੇ ਆ। ਸਤਿਗੁਰ ਮੇਰੇ ਤੇ ਕਿਰਪਾ ਕਰ, ਇਹਨਾਂ ਨੂੰ ਤੂੰ ਮੇਰੇ ਕੋਲੋਂ ਦੂਰ ਕਰ। ਫਿਰ ਗੁਰੂ ਕਿਰਪਾ ਕਰਦਾ, ਸਤਿਗੁਰ ਕਿਰਪਾ ਕਰਦਾ ਹੈ। ਤੇਰੇ ਸੇਵਕ ਕੋ ਭਉ ਕਿਛ ਨਾਹੀ, ਜਮ ਨਹੀਂ ਆਵੇ। ਉਹਨੂੰ ਕਿਸੇ ਜਮ ਦਾ ਡਰ ਨਹੀਂ ਰਹਿੰਦਾ। ਉਹ ਗੁਰੂ ਦੇ ਨਿਰਭਉ ਸ਼ਬਦ ਨੂੰ ਧਿਆ ਕੇ ਇਹਨਾਂ ਦੇ ਡਰ ਤੋਂ ਰਹਿਤ ਹੋ ਜਾਂਦਾ। ਆਪਾਂ ਰੋਜ਼ ਨਿਰਭਉ ਜਪਦੇ ਆ,
ਤੇ ਅਕਸਰ ਉਦਾਹਰਨਾਂ ਵੀ ਆਪਾਂ ਲੈਂਦੇ ਆ। ਸੁਖਮਨੀ ਸਾਹਿਬ ਵਿੱਚ ਆਉਂਦੀ ਹੈ, ਰਹਿ ਰਸ ਬਾਣੀ ਤੁਸੀਂ ਰੋਜ਼ ਪੜ੍ਹਦੇ ਹੋ, ਜਿਨ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ ਤਿਨ ਕਾ ਭਉ ਸਭ ਗਵਾਸੀ। ਨਾ ਹੁਣ ਅੰਦਰ ਦੇ ਜਮਾਂ ਦਾ ਡਰ, ਨਾ ਬਾਹਰ ਦੇ ਜਮਾਂ ਦਾ ਡਰ, ਕਹਿ ਲੋ ਕਿ ਵੀ ਮੌਤ ਦਾ ਡਰ ਹੀ ਨਹੀਂ ਹੈ। ਉਹ ਭਾਵੇਂ ਚਰਖੜੀਆਂ ਤੇ ਚੜ ਜਾਏ, ਉਹ ਭਾਵੇਂ ਤੱਤੀਆਂ ਤਵੀਆਂ ਤੇ ਬੈਠ ਜਾਵੇ, ਉਹ ਉਬਲਦੀਆਂ ਦੇਗਾਂ ਵਿੱਚ ਭਾਵੇਂ ਉਬਾਲਿਆ ਜਾਏ, ਉਹ ਭਾਵੇਂ ਨੀਹਾਂ ਵਿੱਚ ਖੜ ਜਾਏ, ਚੇਤੇ ਰੱਖਣਾ ਫਿਰ ਉਹਨੂੰ ਮੌਤ ਜਮ ਦਾ ਡਰ ਨਹੀਂ ਹੈ। ਤਾਂ ਡਰਦਾ ਹੀ ਕਿਸੇ ਤੋਂ ਨਹੀਂ। ਉਹ ਤਾਂ ਕਹਿੰਦਾ ਭੈ ਕਾਹੂ ਕੋ ਦੇਤ ਨੈ ਪੈ ਮਾਨਤ ਆਨ। ਨਾ ਹੀ ਆਪਾਂ ਡਰ ਦਿੰਦੇ ਹਾਂ ਤੇ ਨਾ ਹੀ ਕਿਸੇ ਦਾ ਡਰ ਆਪਾਂ ਸਹਿੰਦੇ ਹਾਂ, ਨਾ ਹੀ ਅਸੀਂ ਕਿਸੇ ਨੂੰ ਡਰਾਉਂਦੇ ਹਾਂ ਤੇ ਨਾ ਹੀ ਸਾਨੂੰ ਕੋਈ ਡਰਾ ਸਕਦਾ। ਉਹਦਾ ਜੀਵਨ ਆ ਬਣਦਾ। ਸੋ ਬੇਨਤੀ ਕਰਾਂ, ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ, ਭਾਵ ਜਿਹੜੇ ਗੁਰੂ ਦੇ ਲੜ ਲੱਗ ਜਾਂਦੇ ਆ, ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜ ਜਾਂਦੇ ਨੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆ, ਸਤਿਗੁਰੂ ਜੀ ਕਹਿੰਦੇ ਆ, ਉਹਨਾਂ ਨੂੰ ਜਮ ਫਿਰ ਡਰਾ ਨਹੀਂ ਸਕਦਾ, ਇਸ ਤੋਂ ਉਹ ਦੂਰ ਹੋ ਜਾਂਦੇ ਨੇ। ਮਾਣਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰਨ। ਇਸ ਪੰਕਤੀ ਨੂੰ ਹੁਣ ਧਿਆਨ ਨਾਲ ਸੁਣਿਓ। ਅਕਸਰ ਬੰਦਾ ਬਾਹਰ ਦੀ ਧਨ ਦੌਲਤ ਨੂੰ ਕਮਾ ਕੇ ਅਸਲ ਧਨ ਸਮਝ ਲੈਂਦਾ ਕਿ ਵੀ ਇਹੀ ਅਸਲ ਧਨ ਹੈ, ਪਰ ਕਦੀ ਬਾਣੀ ਪੜ੍ਹਦਿਆਂ ਆਪ ਜੀ ਨੇ ਖਿਆਲ ਕੀਤਾ ਹੋਵੇ, ਬਾਣੀ ਨੇ ਇਸ ਧਨ ਨੂੰ ਸੱਚਾ ਧਨ ਨਹੀਂ ਆਖਿਆ। ਫਿਰ ਬਾਣੀ ਨੇ ਇਸ ਧਨ ਨੂੰ ਕੀ ਆਖਿਆ? ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸ ਧਨ ਨੂੰ ਕਾਚਾ ਧਨ ਕਹਿੰਦੇ ਆ। ਕਾਚਾ ਧਨ ਸੰਚੈ ਮੂਰਖ ਗਵਾਰ। ਹੁਣ ਨਾਲ ਦੋ ਸ਼ਬਦ ਵੀ ਸਤਿਗੁਰੂ ਜੀ ਨੇ ਵਰਤਿਆ, ਮੂਰਖ ਤੇ ਗਵਾਰ। ਹੇ ਮੂਰਖ ਬੰਦੇ, ਹੇ ਗਵਾਰ ਬੰਦੇ, ਇਹ ਜਿਹੜਾ ਧਨ ਤੂੰ ਇਕੱਠਾ ਕਰ ਰਿਹਾ ਨਾ, ਇਹ ਕੱਚਾ ਧਨ ਹੈ, ਇਹ ਪੱਕਾ ਧਨ ਨਹੀਂ ਹੈ, ਇਹਦੇ ਵਿੱਚ ਕੁਝ ਸੱਚ ਨਹੀਂ ਹੈ, ਹਕੀਕਤ ਸੱਚਾਈ ਨਹੀਂ ਹੈ। ਫਿਰ ਸਤਿਗੁਰ ਮੈਨੂੰ ਸਮਝਾਓ ਸੱਚਾਈ ਕਿਹਦੇ ਵਿੱਚ ਹੈ। ਚਲੋ ਇਹਨੂੰ ਸਮਝਣ ਤੋਂ ਪਹਿਲਾਂ ਇੱਕ ਬੇਨਤੀ ਹੋਰ ਕਰਦੇ ਆ, ਜਿਹੜੀ ਇਹ ਸ਼ਬਦ ਦੇ ਅੰਦਰ ਸਤਿਗੁਰ ਕਰਦੇ ਆ। ਜਿੰਨਾ ਵੀ ਕੱਚਾ ਧਨ ਹੈ ਨਾ, ਇਹ ਸਾਰਾ ਕਮਾਇਆ ਹੋਇਆ ਧਨ ਬੰਦਾ ਲੋਕਰ ਵਿੱਚ ਰੱਖਦਾ ਹੈ, ਭਾਵ ਲੋਕ ਵਿੱਚ ਰੱਖਦਾ, ਜੰਦਰੇ ਥੱਲੇ ਰੱਖਦਾ, ਤਜੋਰੀਆਂ ਵਿੱਚ ਰੱਖਦਾ, ਬੈਂਕਾਂ ਵਿੱਚ ਰੱਖਦਾ। ਤੁਸੀਂ ਵੇਖੋ, ਬੰਦੇ ਨੇ ਬੈਂਕ ਵਿੱਚ ਰੱਖਿਆ, ਸਵੇਰੇ ਰੱਖ ਕੇ ਆਇਆ, ਸ਼ਾਮੀ ਪਤਾ ਲੱਗਦਾ ਕਿ ਬੈਂਕ ਹੀ ਲੁੱਟਿਆ ਗਿਆ। ਇਹੀ ਹੁੰਦਾ ਨਾ ਜੀ, ਗਿਆ ਧਨ। ਹੁਣ ਘਰ ਦੀ ਤਜੋਰੀ ਦੇ ਵਿੱਚ ਸ਼ਾਮੀ ਆ ਕੇ ਪੈਸਾ ਰੱਖਿਆ ਸੀ, ਨਿੱਕਾ ਜਿਹਾ ਉਹਨੂੰ ਲੋਕ ਲਾਇਆ, ਰਾਤ ਇੰਨੀ ਗਹਿਰੀ ਨੀਂਦ ਵਿੱਚ ਸੌਂ ਗਿਆ, ਸਵੇਰੇ ਪਤਾ ਹੀ ਨਹੀਂ ਲੱਗਾ ਕਿਹੜਾ ਚੋਰੀ ਕਰਕੇ ਲੈ ਗਿਆ। ਇਹ ਕਹਾਣੀ ਹੋ ਗਈ। ਹੁਣ ਉਸ ਧਨ ਦੇ ਜਾਣ ਦਾ ਦੁੱਖ ਵੀ ਹੈ, ਰੋਣ ਵੀ ਹੈ, ਬੰਦਾ ਰੋਏਗਾ ਵੀ, ਦੁਖੀ ਵੀ ਹੋਏਗਾ। ਅਕਸਰ ਇੱਕ ਆਪਾਂ ਬਚਨ ਸਤਿਗੁਰੂ ਜੀ ਦਾ ਪੜ੍ਹਦੇ ਹਾਂ। ਸਤਿਗੁਰੂ ਜੀ ਕਹਿੰਦੇ ਆ ਜਿਹੜਾ ਧਨ ਜਿਹਦਾ ਦੁੱਖ ਵੀ ਹੈ, ਜਿਹਦਾ ਰੋਣ ਵੀ ਹੈ, ਅਸਲ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਇਸੇ ਬਾਰੇ ਸਮਝਾਉਂਦੇ ਆ ਕਿ ਵੀ ਜਬ ਕਛ ਪਾਵੈ ਤਬ ਗਰਭ ਕਰਤ ਹੈ। ਇਹਦੀ ਤਲੀ ਤੇ 4 ਆਨੇ ਹੋਣ ਨਾ, ਇਹ ਹੰਕਾਰ ਵਿੱਚ ਹੁੰਦਾ ਹੈ। ਜਬ ਕਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਭਾਵੇਂ ਜਦੋਂ ਚੋਰ ਕੋਈ ਲੈ ਜੇ, ਡਾਕੂ ਕੋਈ ਲੈ ਜੇ, ਜਾਂ ਇਹ ਤੋਂ ਕੋਈ ਖੋਹ ਕੇ ਲੈ ਜਾਏ, ਇਹ ਰੋਣ ਲੱਗ ਜਾਂਦਾ। ਬਸ ਆਹੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆ, ਮਾਣਕ ਮੋਤੀ ਨਾਮ ਪ੍ਰਭ। ਦੁਨਿਆਵੀ ਧਨ ਨੂੰ ਚੋਰ ਵੀ ਪੈਣਗੇ, ਡਾਕੂ ਵੀ ਪੈਣਗੇ, ਲੁਟੇਰੇ ਵੀ ਪੈਣਗੇ, ਚਾਰੇ ਪਾਸੋਂ ਮਾਰਾਂ ਪੈਣਗੀਆਂ ਤੇ ਤੂੰ ਦੁਖੀ ਹੋਏਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਆ, ਹਰ ਕੇ ਨਾਮ ਕੇ ਵਪਾਰੀ। ਆ ਮੈਂ ਤੈਨੂੰ ਵਪਾਰੀ ਬਣਾਵਾਂ ਹਰੀ ਦੇ ਨਾਮ ਦਾ। ਨਾਮ ਧਨ ਜਿਹੜਾ ਹੈ ਨਾ, ਇਹ ਧਨ ਅਖੁੱਟ, ਨਾ ਨਿਖੁੱਟੈ ਨਾ ਜਾਏ। ਨਾ ਤੇ ਕਦੀ ਇਹਨੂੰ ਕੋਈ ਚੋਰ ਪਏਗਾ, ਨਾ ਹੀ ਇਹਨੂੰ ਡਾਕੂ ਤੇ ਨਾ ਹੀ ਕੋਈ ਲੁਟੇਰਾ ਪਏਗਾ, ਕਿਉਂਕਿ ਇਹ ਧਨ ਲੁੱਟਣ ਵਾਲੀ ਚੀਜ਼ ਹੀ ਨਹੀਂ ਹੈ ਜਿਹੜੀ ਤੇਰੇ ਤੋਂ ਲੁੱਟੀ ਜਾਏਗੀ। ਇੱਕ ਪੱਖ ਹੋਰ ਵੀ ਹੈ ਬਾਣੀ ਦੇ ਅੰਦਰ ਇਹਦਾ। ਸਤਿਗੁਰੂ ਜੀ ਕਹਿੰਦੇ ਆ, ਲੁੱਟਣਾ ਹੈ ਤੇ ਫਿਰ ਸੱਚੇ ਨਾਮ ਨੂੰ ਲੁੱਟਣਾ ਕਰ।
ਜਿਵੇਂ ਆਪਾਂ ਭਗਤ ਬਾਣੀ ਵਿੱਚ ਇੱਕ ਬਚਨ ਪੜ੍ਹਦੇ ਆ ਨਾ, ਉੱਥੇ ਸਤਿਗੁਰੂ ਜੀ ਕਹਿੰਦੇ ਲੂਟਣਾ ਹੈ ਤੋ ਲੂਟ ਲੈ, ਰਾਮ ਨਾਮ ਹੈ ਲੂਟ। ਜੇ ਕੁਝ ਲੁੱਟਣ ਹੀ ਲੱਗਾ ਹੈ ਨਾ, ਕੋਈ ਕਿਸੇ ਤੋਂ ਧਨ ਲੁੱਟਦਾ ਹੈ, ਕੋਈ ਸੋਨਾ ਲੁੱਟ ਕੇ ਲੈ ਗਿਆ, ਚਾਂਦੀ ਲੁੱਟ ਕੇ ਲੈ ਗਿਆ, ਸਤਿਗੁਰੂ ਜੀ ਨੇ ਆਖਿਆ ਗੁਰਸਿੱਖਾ ਤੂੰ ਇਹਨਾਂ ਚੀਜ਼ਾਂ ਵਾਲੇ ਪਾਸੇ ਨਾ ਜਾਈਂ, ਆ ਮੈਂ ਤੈਨੂੰ ਦੱਸਾਂ ਤੂੰ ਕੀ ਲੁੱਟਣਾ ਹੈ। ਉਹ ਸਦਾ ਹੀ ਤੇਰੇ ਕੋਲ ਸਲਾਮਤ ਚੀਜ਼ ਰਹੇਗੀ, ਤੇਰੇ ਕੋਲ ਕਦੀ ਨਹੀਂ ਦੂਰ ਹੋਏਗੀ। ਲੂਟਣਾ ਹੈ ਤੋ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੈ ਪਛਤਾਉਂਗੇ ਪ੍ਰਾਣ ਜਾਏਂਗੇ ਛੂਟ। ਇਹ ਤੇਰੇ ਪ੍ਰਾਣਾਂ ਦੇ ਨਾਲ ਨਿਭੇਗਾ, ਵੇਖੀ ਕਿਤੇ ਤੇਰੇ ਪ੍ਰਾਣ ਨਾ ਛੁੱਟ ਜਾਣ ਤੇ ਧਨ ਇੱਥੇ ਦਾ ਇੱਥੇ ਹੀ ਰਹਿ ਜਾਏ। ਇਸ ਕਰਕੇ ਪੱਲੇ ਦੇ ਨਾਲ ਬੰਨਣਾ ਹੈ। ਫਿਰ ਮੈਂ ਬੇਨਤੀ ਕਰਨ ਲੱਗਾ, ਅਕਸਰ ਜਦੋਂ ਕੋਈ ਮੌਤ ਹੁੰਦੀ ਹੈ ਨਾ, ਆਪਾਂ ਕੀ ਕਰਦੇ ਆ, ਆਪਾਂ ਮਰੇ ਹੋਏ ਬੰਦੇ ਦੇ ਪੱਲੇ ਦੇ ਨਾਲ 4 ਪੈਸੇ ਕੋਈ ਬੰਨ ਦਿੰਦਾ, ਕੋਈ ਰੱਖ ਦਿੰਦਾ। ਇਹੀ ਹੁੰਦਾ ਨਾ ਜੀ। ਪੁਰਾਣੇ ਕਹਿੰਦੇ ਆ ਕਿ ਵੀ ਰਾਹਦਾਰੀ ਹੈ, ਕਿ ਵੀ ਇਹਦੀ ਰਾਹਦਾਰੀ ਅੱਗੇ, ਜਿਵੇਂ ਉਹਨੇ ਭੁੱਖੇ ਮਾਫ ਕਰਨਾ ਭੁੱਖਾ ਮਰਨਾ ਹੋਵੇ, ਇਹੀ ਕਰਦੇ ਆ ਨਾ ਜੀ ਆਪਾਂ। ਤੇ ਮੈਨੂੰ ਬੜਾ ਹਾਸਾ ਹੁੰਦਾ, ਮੈਂ ਕਿਹਾ ਜਿਹੜਾ ਜਿਉਂਦੇ ਜੀ ਮਾਇਆ ਦੇ ਵਿੱਚੋਂ ਨਿਕਲ ਨਹੀਂ ਸਕਿਆ, ਮਰਿਆਂ ਦੇ ਉੱਤੇ ਵੀ ਮਾਇਆ ਬੰਦੇ ਪਾ ਰਹੇ ਆ। ਇਹ ਕਹਾਣੀ ਹੋ ਰਹੀ ਹੈ, ਉਹ ਜਿਉਂਦਿਆਂ ਜੀ ਵੀ ਨਹੀਂ ਉਹਨੂੰ ਕੱਢ ਰਹੇ। ਸੋ ਮੈਂ ਬੇਨਤੀ ਕਰਾਂ, ਇਹ ਬੰਦੇ ਦਾ ਸਭ ਤੋਂ ਵੱਡਾ ਭਰਮ ਹੈ, ਜਿਹੜਾ ਬੰਦਾ ਇਹ ਕਹਿੰਦਾ ਕਿ ਵੀ ਇਹਦੇ ਪੱਲੇ ਦੇ ਨਾਲ 4 ਪੈਸੇ ਬੰਨ ਦਈਏ, ਇਹ ਰਾਹਦਾਰੀ ਹੈ, ਰਾਹ ਵਿੱਚ ਇਹਨੇ ਜਾਣਾ, ਕੁਝ ਖਾ ਲਏਗਾ, ਪੀ ਲਏਗਾ। ਮੈਂ ਬੇਨਤੀ ਕਰਾਂ, ਰਾਹਾਂ ਵਿੱਚ ਉਹਨੇ ਕਿੱਥੇ ਖਾਣਾ ਤੇ ਕਿੱਥੇ ਪਹਿਨਣਾ, ਉਹਨੇ ਤੇ ਆਪਣੇ ਆਪ ਨੂੰ ਲਾਹਣਤਾਂ ਪਾਉਂਦਿਆਂ ਜਾਣਾ। ਸਾਰੀ ਜ਼ਿੰਦਗੀ ਪੈਸਾ ਕਮਾਉਂਦਾ ਰਿਹਾ, ਖੱਟਿਆ ਕੱਖ ਵੀ ਨਹੀਂ, ਉਹਨੂੰ ਮੂੰਹ ਕੀ ਵਿਖਾਣਾ ਜਾ ਕੇ। ਉਹਨੂੰ ਵਿਚਾਰੇ ਨੂੰ ਚਿੰਤਾ ਤੇ ਇਹ ਹੁੰਦੀ ਹੈ, ਉਹਨੂੰ ਤਾਂ ਇਹ ਚਿੰਤਾ ਹੁੰਦੀ ਹੈ ਕਿ ਮੂੰਹ ਕੀ ਵਿਖਾਣਾ ਅੱਗੇ ਜਾ ਕੇ। ਧਰਮ ਰਾਏ ਜਬ ਲੇਖਾ ਮੰਗੈ ਕਿਆ ਮੁੱਖ ਲੈ ਕੇ ਜਾਏਗਾ। ਉਹਨੇ ਥੋੜਾ ਮੇਰੇ ਪੱਲੇ ਦੇ ਨਾਲ ਵੇਖ 4 ਪੈਸੇ ਬੰਨਤੇ ਆ ਉਹਨਾਂ ਨੇ, ਆ 4 ਪੈਸੇ ਲੈ ਲੈ, ਤੂੰ ਹੀ ਮੰਨ ਜਾ, ਉੱਥੇ ਤੇ ਮੈਂ ਬੜੇ ਮਨਾ ਲਏ, ਇੱਥੇ ਤੂੰ ਵੀ ਮੰਨ ਜਾ। ਕਈ ਅੱਛਾ ਇੱਕ ਇਹੋ ਜਿਹਾ ਵੀ ਮਿਲਿਆ ਮੈਨੂੰ, ਉਹ ਪਤਾ ਕੀ ਕਹਿੰਦਾ, ਮੈਂ ਉਹਨੂੰ ਸਵਾਲ ਕੀਤਾ, ਮੈਂ ਕਿਹਾ ਕਿਉਂ ਬੰਨਦੇ ਆ ਭਲਾ? ਉਹ ਅੱਗੋਂ ਮੈਨੂੰ ਪਤਾ ਕੀ ਕਹਿੰਦਾ, ਕਹਿੰਦਾ ਪੈਸੇ ਤਾਂ ਬੰਨਦੇ ਆ ਪੱਲੇ ਦੇ ਨਾਲ, ਇੱਥੇ ਸਾਰੇ ਸਰਕਾਰੀ ਕੰਮ ਪੈਸੇ ਤੋਂ ਬਿਨਾਂ ਨਹੀਂ ਹੁੰਦੇ। ਸਾਰੇ ਕੰਮ ਪੈਸੇ ਦਿਓ, ਕੰਮ ਕਰਾਓ, ਅੱਗੇ ਫਾਈਲਾਂ ਤੁਹਾਡੀਆਂ ਤੁਰਨਗੀਆਂ। ਉਹ ਪੈਸੇ ਕਹਿੰਦਾ ਤਾਂ ਬੰਨੀ ਦੇ ਅੱਗੇ ਰੱਬ ਧਰਮ ਰਾਏ ਬੈਠਾ ਹੈ, ਉਹਦੇ ਕੋਲ ਪੈਸੇ ਤਰਾਂਗੇ, ਕੀ ਪਤਾ ਅਗਲਾ ਬਖਸ਼ੀ ਦਏ। ਮੈਂ ਕਿਹਾ ਨਹੀਂ, ਉਹਨੇ ਨਹੀਂ ਬਖਸ਼ਣਾ, ਉਹਨੇ ਤਾਂ ਸਤਿਗੁਰੂ ਜੀ ਕਹਿੰਦੇ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਈ। ਸੋ ਬੇਨਤੀ ਕਰਨ ਲੱਗਾ ਆਪ ਜੀ ਦੇ ਚਰਨਾਂ ਵਿੱਚ, ਮਾਣਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰਨ। ਸਤਿਗੁਰੂ ਜੀ ਕਹਿੰਦੇ ਆ ਉਹਨਾਂ ਨੂੰ ਕਦੀ ਫਿਰ ਸੰਨ ਨਹੀਂ ਲੱਗਦਾ। ਭਾਵ ਲੋਕ ਹੀਰੇ ਮੋਤੀ ਲਾਲ ਆਦਿ ਕੀਮਤੀ ਧਨ ਇਕੱਠਾ ਕਰਨ ਦੀ ਦੌੜ ਭੱਜ ਵਿੱਚ ਲੱਗੇ ਰਹਿੰਦੇ ਆ, ਪਰ ਸਤਿਗੁਰੂ ਜੀ ਕਹਿੰਦੇ ਆ ਉਸ ਧਨ ਦੀ ਚੋਰੀ ਹੋਣ ਦਾ ਉਹਨਾਂ ਨੂੰ ਦੁੱਖ ਵੀ ਲੱਗਦਾ ਹੈ। ਪਰ ਜਿਹੜੇ ਸੱਚੇ ਨਾਮ ਦੇ ਵਪਾਰੀ ਬਣ ਜਾਂਦੇ ਆ, ਜਿਹੜੇ ਵਣਜ ਕਰੋ ਵਣਜਾਰਿਓ ਵੱਖਰ ਲਿਓ ਸੰਭਾਲ, ਐਸੀ ਵਸਤ ਵਿਸਾਹੀ ਹੈ ਜੈਸੀ ਨਿਭੈ ਨਾਲ, ਨਾਮ ਧਨ ਵਣਜ ਕਰਕੇ ਇਕੱਠਾ ਕਰ ਲੈਂਦੇ ਆ। ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਜੀਵਨ ਦੀ ਭੱਜ ਦੌੜ ਖਤਮ ਹੋ ਜਾਂਦੀ ਹੈ। ਉਹ ਫਿਰ ਭੱਜਦੇ ਨਹੀਂ, ਦੌੜਦੇ ਨਹੀਂ, ਸਗੋਂ ਆਰਾਮ ਵਿੱਚ ਆ ਜਾਂਦੇ ਆ, ਆਨੰਦ ਵਿੱਚ ਆ ਜਾਂਦੇ ਆ। ਤੇ ਅੱਗੇ ਸਤਿਗੁਰੂ ਜੀ ਕਹਿੰਦੇ ਆ ਰੰਗ ਸਭੇ ਨਾਰਾਇਣ ਨਾਰਾਇਣ ਜੇਤੇ ਮਨ ਪਾਵਨ। ਸਮਾਂ ਮੇਰਾ ਹੋ ਗਿਆ, ਚਲੋ ਮੈਂ ਭਾਵ ਅਰਥੇ ਦੇ ਕਰ ਦੇਣਾ, 2-3 ਤੁਕਾਂ ਰਹਿ ਗਈਆਂ। ਰੰਗ ਸਭੇ ਨਾਰਾਇਣ, ਇਹਦਾ ਭਾਵ ਅਰਥ ਹੈ ਜੀ ਇਹ ਜਿੰਨੇ ਵੀ ਕੋਤਕ ਨੇ ਨਾ, ਰੰਗ ਦਾ ਅਰਥ ਹੈ ਕੋਤਕ, ਆ ਜਿੰਨੇ ਵੀ ਕੋਤਕ ਹੋ ਰਹੇ ਆ ਇਹ ਪਰਮਾਤਮਾ ਦੇ ਰੰਗ ਦੇ ਵਿੱਚ ਹੋ ਰਹੇ ਆ। ਸਾਡੀ ਕੋਈ ਪਾਇਆ ਨਹੀਂ ਕਿ ਵੀ ਆਪਾਂ ਕੋਈ ਕੋਤਕ ਕਰੀਏ, ਕਿਉਂਕਿ ਸਾਡੇ ਅੰਦਰ ਤਾਕਤ ਨਹੀਂ, ਸਾਡੇ ਅੰਦਰ ਜ਼ੋਰ ਨਹੀਂ। ਕਿਛ ਕਰ ਹਮ ਸਕੈ, ਬੰਦਾ ਕਰ ਕੀ ਸਕਦਾ ਹੈ। ਆਪਾਂ ਇੱਕੋ ਗੱਲ ਰੋਜ਼ ਜਪਜੀ ਸਾਹਿਬ ਵਿੱਚ ਪੜ੍ਹਦੇ ਹਾਂ, ਜਿਸ ਹੱਥ ਜ਼ੋਰ ਕਰ ਵੇਖੈ ਸੋਏ। ਜਿਹਦੇ ਹੱਥ ਵਿੱਚ ਜ਼ੋਰ ਹੈ, ਰੋਜ਼ ਕਰ ਕਰਕੇ ਆਪਣੇ ਕੋਤਕਾਂ ਨੂੰ ਵੇਖ ਰਿਹਾ ਹੈ। ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ, ਇਹ ਰੱਬ ਦਾ ਕੋਤਕ ਹੈ। ਅੱਗੇ ਸਤਿਗੁਰੂ ਜੀ ਕਹਿੰਦੇ ਆ ਭਾਈ ਜਿਹੋ ਜਿਹਾ ਉਹਨੂੰ ਜੋ ਤੁਧ ਭਾਵੈ ਸਾਈ ਭਲੀ ਕਾਰ। ਉਹ ਜੋ ਕੁਝ ਕਰਦਾ ਹੈ
ਉਹਦੀ ਕਾਰ, ਉਹ ਕਮਾਈ, ਉਹਨੂੰ ਜੋ ਚੰਗਾ ਲੱਗਦਾ ਉਹੀ ਹੋ ਰਿਹਾ ਹੈ। ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ, ਜੋ ਉਹਨੂੰ ਲੋੜਦਾ ਭਾਈ ਉਹੀ ਜੀਵ ਜਿਹੜੇ ਆ ਸੰਸਾਰ ਤੇ ਕਰਦੇ ਆ। ਜੋ ਪ੍ਰਭ ਕੀਤੇ ਆਪਣੇ ਸੇਈ ਕਹੀਐ ਧਨ, ਜਿਨ੍ਹਾਂ ਬੰਦਿਆਂ ਨੂੰ ਪ੍ਰਭੂ ਨੇ ਆਪਣੀ ਸਿਫਤ ਸਲਾਹ ਦੀ ਦਾਤ ਦੇ ਕੇ ਆਪਣਾ ਬਣਾ ਲਿਆ, ਉਹਨਾਂ ਨੂੰ ਹੀ ਜਗਤ ਵਿੱਚ ਸ਼ਾਬਾਸ਼ ਮਿਲਦੀ ਹੈ, ਉਹਨਾਂ ਨੂੰ ਜਗਤ ਵਿੱਚ ਥਾਪੜਾ ਮਿਲਦਾ ਹੈ। ਆਪਣ ਲੀਆ ਜੇ ਮਿਲੇ ਵਿਛੜ ਕਿਉਂ ਰੋਵਨ, ਕਹਿਣ ਲੱਗੇ ਜੇ ਜੀਵਾਂ ਦੇ ਆਪਣੇ ਉਦਮ ਨਾਲ ਇਹਨਾਂ ਨੂੰ ਕੁਝ ਮਿਲ ਸਕਦਾ ਹੁੰਦਾ ਤੇ ਇਹ ਜੀਵ ਵਿਛੜ ਕੇ ਰੋਂਦੇ ਨਾ। ਭਾਵ ਕੋਈ ਵੀ ਜੀਵ ਰੱਬ ਤੋਂ ਵਿਛੜਦਾ ਨਾ, ਇਹਨਾਂ ਦੇ ਪੱਲੇ ਰੋਣਾ ਨਾ ਆਉਂਦਾ, ਸਗੋਂ ਇਹਨਾਂ ਦੇ ਪੱਲੇ ਖੁਸ਼ੀ ਹੁੰਦੀ ਜਿਹੜੇ ਰੱਬ ਨਾਲ ਜੁੜ ਗਏ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਣਨ, ਹੇ ਨਾਨਕ ਪ੍ਰਭੂ ਦੇ ਮਿਲਾਪ ਆਨੰਦ ਉਹੀ ਮਾਣਦੇ ਹਨ ਜਿਨ੍ਹਾਂ ਨੂੰ ਗੁਰੂ ਦਾ ਸਾਥ ਮਿਲ ਜਾਏ, ਜਿਨ੍ਹਾਂ ਨੂੰ ਗੁਰੂ ਦੀ ਹਜ਼ੂਰੀ ਮਿਲ ਜਾਏ, ਜਿਨ੍ਹਾਂ ਨੂੰ ਚਰਨ ਕਮਲ ਦਾ ਆਸਰਾ ਮਿਲ ਜਾਏ, ਉਹੀ ਸਤਿਗੁਰੂ ਜੀ ਕਹਿੰਦੇ ਆਨੰਦ ਮਾਣਦੇ ਆ। ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕੈ ਭਾਗ ਮਥਨ। ਤੇ ਲਾਸਟ ਵਿੱਚ ਕਹਿੰਦੇ ਆ ਜੇਠ ਦਾ ਮਹੀਨਾ ਉਹਨਾਂ ਦੇ ਲਈ ਖੁਸ਼ੀਆਂ ਭਰਿਆ, ਰੰਗਾਂ ਭਰਿਆ, ਜਿਹੜੇ ਉਸ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਜਾਂਦੇ ਆ। ਕੋਸ਼ਿਸ਼ ਕਰੀਏ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਇਸ਼ਾਰਾ ਕਰਦੇ ਆ, ਜੇ ਹੁਣ ਤੱਕ ਤੂੰ ਨਹੀਂ ਨਾ ਜੁੜਿਆ ਤੇ ਪੁੱਤ ਆ ਵਕਤ ਆਇਆ, ਇਹ ਸਮਾਂ ਆਇਆ, ਸ਼ਬਦ ਤੇਰੇ ਲਈ ਇੱਕ ਰਾਹ ਲੈ ਕੇ ਆਇਆ। ਸ਼ਬਦ ਤੈਨੂੰ ਦੱਸਦਾ ਕਿ ਵੀ ਜੀ ਕੱਲ ਨਹੀਂ ਸੈਂ ਜੁੜਿਆ, ਅੱਜ ਜੁੜ ਜਾ। ਸੋ ਸਤਿਗੁਰ ਦਾਤਾ ਕਿਰਪਾ ਕਰੇ, ਬਾਣੀ ਨਾਲ ਜੁੜੇ ਰਹੀਏ। ਬਾਣੀ ਨਾਲ ਜੁੜਾਂਗੇ ਤੇ ਬਾਣੇ ਨਾਲ ਵੀ ਜੁੜਾਂਗੇ, ਤੇ ਜਿੱਥੇ ਬਾਣੇ ਨਾਲ ਜੁੜਾਂਗੇ ਫਿਰ ਬਾਣੀ ਦੀ ਵੀ ਸੰਭਾਲ ਹੋਏਗੀ, ਬਾਣੇ ਦੀ ਵੀ ਸੰਭਾਲ ਹੋਏਗੀ। ਸਤਿਗੁਰ ਦਾਤਾ ਸਾਨੂੰ ਬਾਣੀ ਵੀ ਬਖਸ਼ੇ, ਸਾਨੂੰ ਬਾਣਾ ਵੀ ਬਖਸ਼ੇ। ਇਹ ਅਰਦਾਸ ਗੁਰੂ ਚਰਨਾਂ ਵਿੱਚ ਕਰੀਏ। ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ